ਗਿਆ, ਹੁਣੇ ਸਵਾਲ ਉੱਠਿਆ ਸੀਗਾ ਕਿ ਕਿਉਂ ਉਹਦਾ ਕਿਹਦਾ ਆਬਜੈਕਟਿਵ ਹੋ ਸਕਦਾ ਉਹਨੂੰ ਤੋੜਨ 'ਚ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜੋ ਮੌਜੂਦਾ ਹਿੰਦੂਤਵ ਰਾਸ਼ਟਰਵਾਦ ਜੋ ਪੈਰ ਲਾ ਰਿਹਾ ਹੈ, ਜੋ ਇੱਕ ਆਰਟੀਫਿਸ਼ੀਅਲ ਨੈਸ਼ਨਲਿਜ਼ਮ ਕ੍ਰੀਏਟ ਕੀਤੇ ਜਾਣ ਦੀ ਕੋਸ਼ਿਸ਼ ਆ, ਉਹਦੇ ਵਾਸਤੇ ਇਸ ਤਰੀਕੇ ਦੀ ਸਾਂਝ ਬਹੁਤ ਵੱਡੀ ਪ੍ਰੋਬਲਮ ਆ। ਇਹ ਜਿਹੜਾ ਸਮਾਰਕ ਗਿਰਾਇਆ ਗਿਆ ਉਸ ਦੇ ਉਹ ਇਕੱਲਾ ਇੱਕ ਸਮਾਰਕ ਹੀ ਨਹੀਂ ਹੈਗਾ, ਪੱਥਰਾਂ ਦਾ ਸਮਾਰਕ ਨਹੀਂ ਹੈਗਾ। ਸਮਾਰਕ ਜਿਹੜਾ ਹੈਗਾ ਉਹ 10 ਲੱਖ ਜਿਹੜੇ ਬੰਦੇ ਮਾਰੇ ਗਏ ਉਹਨਾਂ ਦੀ ਯਾਦ 'ਚ ਉਸਾਰਿਆ ਗਿਆ। ਪਰ ਇਹ ਇੱਕ ਪੂਰੇ ਪੰਜਾਬੀਆਂ ਦੀ ਦੋਨੇ ਪੰਜਾਬ, ਪਾਕਿਸਤਾਨ ਤੇ ਇੰਡੀਆ, ਪੰਜਾਬ ਤੇ ਜਿਹੜਾ ਬਾਹਰ ਪੰਜਾਬੀ ਬੈਠਾ ਪੰਜਾਬੀ ਪੂਰਾ ਜਿਹੜਾ ਡਾਇਸਪੋਰਾ ਹੈਗਾ, ਉਸ ਪੰਜਾਬ ਦੀ ਜਿਹੜੀ ਇਤਿਹਾਸਿਕ ਸਮ੍ਰਿਤੀ ਹੈ ਉਹ ਸਮ੍ਰਿਤੀਆਂ ਨਾਲ ਜੁੜਿਆ ਹੋਇਆ ਇਹ ਸਮਾਰਕ ਹੈ। ਅੰਗਰੇਜ਼ਾਂ ਨੂੰ ਇੱਥੇ ਕੱਢਣ ਲਈ ਸਭ ਤੋਂ ਵੱਧ ਜੇ ਸ਼ਹਾਦਤਾਂ ਪਾਈਆਂ, ਸਭ ਤੋਂ ਵੱਧ ਜੇ ਕੁਰਬਾਨੀਆਂ ਦਿੱਤੀਆਂ। ਪੰਜਾਬੀ ਸੂਬਾ ਵੀ ਵੈਸੇ ਤਾਂ ਬਹੁਤ ਵੱਡਾ ਸੀਗਾ, ਬਣਦਾ ਵੀ ਸੀਗਾ, ਪਰ ਉਹ ਵੰਗਾਰ ਜੇ ਲਈ ਤਾਂ ਉਹ ਪੰਜਾਬੀਆਂ ਨੇ ਲਈ। ਲੇਕਿਨ ਜਿੱਦਣ ਅੰਗਰੇਜ਼ਾਂ ਨੂੰ ਬਾਹਰ ਕਰਕੇ ਦੇਸ਼ ਵਿੱਚੋਂ 15 ਅਗਸਤ ਦਾ ਖੁਸ਼ੀਆਂ ਮਨਾਉਣ ਦਾ, ਭੰਗੜੇ ਪਾਉਣ ਦਾ ਦਿਨ ਸੀ, ਸਾਡੇ ਇੱਥੇ ਛਿਵੇ ਜਲ ਪਏ। ਅਸੀਂ ਪੰਜਾਬੀਆਂ ਨੂੰ ਕੋਈ ਅਸੀਂ ਪਾਰਟੀਸ਼ਨ ਦੀ ਵੰਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸਾਡੀ ਵੰਡ ਕਰਾਈ ਗਈ। ਇਹ ਵੰਡ ਸਾਡੀ ਧਰਮ ਨੇ ਨਹੀਂ ਕਰਾਈ। ਅਸੀਂ ਇਹ ਸਪਸ਼ਟ ਕਹਿਣਾ ਚਾਹੁੰਦੇ ਹਾਂ, ਇਹ ਸਾਡੀ ਪੋਲਿਟਿਕਸ ਨੇ ਵੰਡ ਕਰਾਈ ਹੈ। ਜੇ ਇਹਨਾਂ ਨੇ ਨਾ ਸਾਨੂੰ ਸਥਾਨ ਦਿੱਤਾ, ਅਸੀਂ ਬਕਾਇਦਾ ਤੌਰ ਤੇ ਵੱਖਰਾ ਆਪ ਬਣਾਵਾਂਗੇ ਯਾਦਗਾਰ, ਆਪ ਬਣਾਵਾਂਗੇ ਸ਼ਿਲਾਲੇਖ, ਪਰ ਨਾਲ ਦੀ ਨਾਲ ਇੱਕ ਪੱਥਰ ਇਹੋ ਜਿਹਾ ਲੱਗੂਗਾ ਕਿ ਇਹ ਕਾਤਲ ਸਰਕਾਰ, 10 ਲੱਖ ਬੰਦਿਆਂ ਦੀ ਕਾਤਲ ਸਰਕਾਰ ਔਰ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਤੇ ਸੱਟ ਮਾਰਨ ਵਾਲੀ ਕਾਤਲ ਸਰਕਾਰ ਦੀ ਨੇ ਸਾਡੀ ਇਹ ਢਾਈ ਹੈ ਜਗ੍ਹਾ। ਜਦੋਂ ਹਿੰਦੁਸਤਾਨ ਤੇ ਭਾਰਤ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਹੇ ਸੀਗੇ, ਉਹਦੀਆਂ ਪ੍ਰੈਪਰੇਸ਼ਨ ਚੱਲ ਰਹੀਆਂ ਸੀ, ਤਾਂ ਸਾਨੂੰ ਮਹਿਸੂਸ ਹੋਇਆ ਕਿ ਵੀ ਜਿਹੜਾ 10 ਲੱਖ ਬੰਦਾ ਦੋਨੀ ਪਾਸੇ ਮਾਰਿਆ ਗਿਆ 1947 ਦੀ ਵੰਡ ਵੇਲੇ, ਔਰ 80 ਲੱਖ ਬੰਦਾ ਉਜੜਿਆ, 30,335 ਔਰਤਾਂ ਤੇ ਲੜਕੀਆਂ ਜਿਹੜੀਆਂ ਉਹ ਉਧਾੜੀਆਂ ਗਈਆਂ, ਬਲਾਤਕਾਰ ਕੀਤੇ ਗਏ, ਤੇ 860 ਬੱਚੇ ਐਸ ਸਾਡੇ ਚੜ੍ਹਦੇ ਪੰਜਾਬ 'ਚ ਜਾਂਦੇ ਹੀ ਮਾਂ ਮੇਟਰ ਹੋ ਗਏ। ਉਹਨਾਂ ਦੀਆਂ ਮਾਵਾਂ ਨੂੰ ਪਾਕਿਸਤਾਨ ਦੀ ਮਿਲਟਰੀ ਉੱਧਰ ਪਾਕਿਸਤਾਨ ਦੇ ਵਿੱਚ ਲੈ ਗਈ। ਤੇ ਅਸੀਂ ਸੋਚਿਆ ਕਿ ਇਹ 10 ਲੱਖ ਬੰਦੇ ਦੀ ਕੋਈ ਮਾਨਤਾ ਤਾਂ ਹੋਣੀ ਚਾਹੀਦੀ ਵੀ ਇਹ ਤਾਂ ਬਿਲਕੁਲ ਇਨੋਸੈਂਟ ਸੀ, ਤੇ ਇਹਨਾਂ ਨੂੰ ਦੇਸ਼ ਦੀ ਉਹਦੇ 'ਚ ਗਿਣਨਾ ਚਾਹੀਦਾ ਸ਼ਹੀਦਾਂ ਦੇ ਵਿੱਚ। ਪਰ ਬਦਕਿਸਮਤੀ ਨਾਲ ਇਹਨਾਂ ਨੇ ਉਹ ਨਹੀਂ ਕੀਤਾ। ਅਸੀਂ ਇੱਕ ਪ੍ਰੋਜੈਕਟ ਬਣਾਇਆ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਵੱਲੋਂ। ਉਹ ਪ੍ਰੋਜੈਕਟ ਬਣਾ ਕੇ ਅਸੀਂ BSF ਰਾਹੀਂ, ਜਿਹੜਾ DIG BSF ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ। ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ, ਸਾਨੂੰ ਵਾਘੇ ਦੇ ਬਾਰਡਰ ਦੇ ਉੱਪਰ ਥਾਂ ਦਿੱਤਾ। ਥਾਂ ਦੀ ਚੋਣ ਮੈਂ ਤੇ DIG ਸਾਹਿਬ ਨੇ, ਭੁੱਲਰ ਸਾਹਿਬ ਸੀ, ਉਹਨਾਂ ਨੇ ਕੀਤੀ, ਔਰ ਅਸੀਂ ਉਹਨਾਂ ਦੀ ਯਾਦਗਾਰ ਬਣਾਉਣੀ ਸ਼ੁਰੂ ਕਰ ਦਿੱਤੀ। 30 ਦਸੰਬਰ 1996 ਨੂੰ ਅਸੀਂ ਯਾਦਗਾਰ ਬਣਾਈ। 5 ਦਰਿਆਵਾਂ ਦਾ ਪਾਣੀ ਮੰਗਾ ਕੇ ਉਹਦੀਆਂ ਨੀਹਾਂ 'ਚ ਪਾਇਆ ਗਿਆ। 5 ਪੰਜਾਬੀ ਅਖਬਾਰਾਂ ਦੇ ਤੇ ਰਸਾਲਿਆਂ ਦੇ ਐਡੀਟਰਾਂ ਤੋਂ ਉਹਦਾ ਨੀਂਹ ਪੱਥਰ ਰਖਵਾਇਆ ਗਿਆ। ਉਹਦੇ ਤੇ ਦੋਸਤੀ ਦੇ ਹੱਥ ਬਣਵਾਏ ਸਹਾਰਨਪੁਰੋਂ ਲਿਆ ਕੇ, ਤੇ ਉਹਦੇ ਵਿੱਚ ਦੀ ਇੱਕ ਨਿੱਬ ਕੱਢੀ ਵੀ ਦੋਸਤੀ ਦਾ ਨਵਾਂ ਇਤਿਹਾਸ ਲਿਖੀਏ। ਔਰ ਅਸੀਂ ਇੱਕ ਰਾਜਾ ਪੋਰਸ ਹਿੰਦ ਪਾਕ ਪੰਜਾਬੀ ਮਿੱਤਰਤਾ ਮੇਲਾ ਸ਼ੁਰੂ ਕੀਤਾ, ਜਿਹੜਾ ਅਸੀਂ 16 ਵਰ੍ਹੇ ਤੱਕ ਉੱਥੇ ਜਿਹੜੇ ਕਰਦੇ ਰਹੇ। ਪਾਕਿਸਤਾਨ ਵਿੱਚੋਂ ਵੱਖ-ਵੱਖ ਸਮਿਆਂ ਤੇ ਜਨਾਬ ਫਖਰ ਜਮਾਨ ਸਾਹਿਬ, ਜਿਹੜੇ ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਸੀਗੇ, ਉਹ ਵੀ ਆਏ। ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਜਿਹੜੇ ਗੱਦੀ ਨਸ਼ੀਨ ਹੈ ਉਹ ਵੀ ਆਏ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੈ ਡੈਲੀਗੇਸ਼ਨ ਵੀ ਆਏ। ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰੀਆਂ NGO ਨੂੰ ਸੱਦਾ ਦਿੱਤਾ। ਕਾਮਰੇਡ ਹਰਕਿਸ਼ਨ ਸਰਜੀਤ ਆਏ, ਪਰ ਉਸ ਤੋਂ ਬਾਅਦ ਆਏ। ਪਹਿਲਾਂ ਉਹਨਾਂ ਨੇ ਯਾਦਗਾਰ ਦੋਨਾਂ ਦੇਸ਼ਾਂ ਨੂੰ ਸਮਰਪਿਤ ਕਰਨੀ ਸੀ। ਫਿਰ ਸਰਦਾਰ ਜਗਮੀਤ ਸਿੰਘ ਬਰਾੜ ਆਏ, ਬੀਬੀ ਜਗੀਰ ਕੌਰ ਜਿਹੜੇ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਉਹ ਵੀ ਉੱਥੇ ਆਏ। ਸਰਦਾਰ ਗੁਲਜ਼ਾਰ ਸਿੰਘ ਰਣੀਕੇ ਵੀ ਇੱਕ ਮੇਲੇ ਦੇ ਵਿੱਚ ਆਏ, ਤੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜਿਹੜੇ ਕੈਬਨਿਟ ਕੇਂਦਰੀ ਮੰਤਰੀ ਸੀ ਉਹ ਵੀ ਆਏ। ਕਰਤਾਰ ਸਿੰਘ ਦੁੱਗਲ
ਜਿਹੜੇ ਰਾਜ ਸਭਾ ਦੇ ਮੈਂਬਰ ਹੈ ਉਹ ਵੀ ਆਏ, ਕੁਲਦੀਪ ਨਈਅਰ ਜੀ ਵੀ ਆਏ। ਮੇਰੇ ਕਹਿਣ ਤੋਂ ਭਾਵ ਹੈ ਵੀ ਇਹ ਜਿਹੜੀ ਯਾਦਗਾਰ ਸੀ ਇਹਦਾ ਰਾਜਨੀਤੀ ਨਾਲ ਕੋਈ ਤਾਲੁਕ ਨਹੀਂ ਸੀ। ਇਹ ਦੋਨਾਂ ਦੇਸ਼ਾਂ ਦੇ ਵਿੱਚ ਮਾਰੇ ਗਏ ਜਿਹੜੇ ਉਹ 80 ਲੱਖ 10 ਲੱਖ ਬੰਦਾ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਸਾਨੂੰ ਬੜਾ ਦੁੱਖ ਹੁੰਦਾ ਕਿ ਇੱਕ ਅਸੀਂ ਉੱਥੇ ਸ਼ਿਲਾਲੇਖ ਲਾਈ ਸੀ ਜਿਹਦੇ ਵਿੱਚ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਉਕਰੀ ਹੋਈ ਸੀ, ਹਮ ਜੋ ਤਰੀਕ ਰਾਹੋਂ ਮੇਂ ਮਾਰੇ ਗਏ, ਔਰ ਦੂਸਰੇ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਸੀ, ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ। ਸਾਰਾ ਕੁਛ ਸਾਨੂੰ ਬਿਨਾਂ ਵਿਸ਼ਵਾਸ ਵਿੱਚ ਲਏ, ਬਿਨਾਂ ਸਾਨੂੰ ਬੁਲਾਏ, ਇੰਨੇ ਸਾਲਾਂ ਬਾਅਦ 24 ਸਾਲਾਂ ਬਾਅਦ ਉਹਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਨੇ ਉਹ ਯਾਦਗਾਰ ਸ਼ਿਲਾਲੇਖ ਸਾਰਾ ਕੁਝ ਡਿਮੋਲਿਸ਼ ਕਰ ਦਿੱਤਾ, ਖਤਮ ਕਰ ਦਿੱਤਾ, ਜਿਹਦੇ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਵੀ ਦੁੱਖ ਲੱਗਾ, ਔਰ ਉਹ ਪਰਿਵਾਰ ਜਿਹੜੇ ਇਹ ਮਹਿਸੂਸ ਕਰਦੇ ਸੀਗੇ ਕਿ ਚਲੋ ਸਾਡੇ ਪਰਿਵਾਰਾਂ 'ਚੋਂ ਬੰਦੇ ਮਾਰੇ ਗਏ 47 'ਚ, ਪਰ ਉਹਨਾਂ ਦੀ ਕੋਈ ਰਿਕੋਗਨਾਈਜੇਸ਼ਨ, ਕੋਈ ਮਾਨਤਾ ਤਾਂ ਹੋਈ ਹੈ, ਉਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੂੰ ਵੀ ਠੇਸ ਪਹੁੰਚੀ। ਅਸੀਂ ਬਾਰਡਰਾਂ ਦੀਆਂ ਮਜਬੂਰੀਆਂ ਨੂੰ ਸਮਝਦੇ ਹਾਂ, ਰਾਸ਼ਟਰ ਹਿੱਤਾਂ ਨੂੰ ਸਮਝਦੇ ਹਾਂ, ਪਰ ਇਹ ਯਾਦਗਾਰ ਇਹੋ ਜਿਹੀ ਨਹੀਂ ਸੀ ਕਿ ਵੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਕੋਈ ਨੀਤੀ ਨੂੰ, ਉਹਨਾਂ ਦੇ ਉਸ ਕੁਛ ਨੂੰ ਕੋਈ ਨੁਕਸਾਨ ਪਹੁੰਚਾਉਂਦੀ ਹੋਵੇ। ਇਸ ਕਰਕੇ ਜੇ ਕਿਤੇ ਕੋਈ ਪ੍ਰੋਬਲਮ ਆ ਵੀ ਰਹੀ ਸੀ ਉਹ ਸਾਨੂੰ ਬੁਲਾਉਂਦੇ, ਸਾਨੂੰ ਕਹਿੰਦੇ ਆਹ ਲਓ, ਆਹ ਥਾਂ ਤੋਂ ਅਸੀਂ ਤੁਹਾਨੂੰ ਦਿੰਦੇ ਹਾਂ, ਆਹ ਸਾਧਨ ਦਿੰਦੇ ਹਾਂ, ਇਹਨੂੰ ਦੁਬਾਰਾ ਜਿਹੜੀ ਹੈ ਬਣਾ ਲਵੋ। ਪਰ ਇਹੋ ਜਿਹਾ ਕੁਛ ਨਹੀਂ ਕੀਤਾ, ਜਿਸ ਦਾ ਸਾਨੂੰ ਬਹੁਤ ਵੱਡਾ ਦੁੱਖ ਹੈ। ਔਰ ਅਸੀਂ ਆਪਦੇ ਲੋਕਾਂ ਕੋਲ ਜਿਹੜਾ ਇਸ ਮਸਲੇ ਨੂੰ ਲੈ ਕੇ ਜਾਵਾਂਗੇ, ਹਰ ਰੂਪ 'ਚ ਜਾਵਾਂਗੇ, ਭਾਵੇਂ ਕਰੋਨਾ ਦੀਆਂ ਕੁਝ ਮਜਬੂਰੀਆਂ, ਪਰ ਉਹਦੇ ਮੁਤਾਬਕ ਅਸੀਂ ਇਹ ਜੇ ਇਹਨਾਂ ਨੇ ਨਾ ਸਾਨੂੰ ਸਥਾਨ ਦਿੱਤਾ, ਅਸੀਂ ਬਕਾਇਦਾ ਤੌਰ ਤੇ ਵੱਖਰਾ ਆਪ ਬਣਾਵਾਂਗੇ ਯਾਦਗਾਰ, ਆਪ ਬਣਾਵਾਂਗੇ ਸ਼ਿਲਾਲੇਖ, ਪਰ ਨਾਲ ਦੀ ਨਾਲ ਇੱਕ ਪੱਥਰ ਇਹੋ ਜਿਹਾ ਲੱਗੂਗਾ ਕਿ ਇਹ ਕਾਤਲ ਸਰਕਾਰ, 10 ਲੱਖ ਬੰਦਿਆਂ ਦੀ ਕਾਤਲ ਸਰਕਾਰ ਔਰ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਤੇ ਸੱਟ ਮਾਰਨ ਵਾਲੀ ਕਾਤਲ ਸਰਕਾਰ ਦੀ ਨੇ ਸਾਡੀ ਇਹ ਢਾਈ ਹੈ ਜਗ੍ਹਾ, ਔਰ ਅਸੀਂ ਹੁਣ ਇਹ ਤਾਂ ਵੱਖਰੇ ਤੌਰ ਤੇ ਬਣਾਈ ਹੈ। ਮੇਰਾ ਨਾਮ ਈਸ਼ਵਰ ਦਿਆਲ ਗੌੜ ਹੈ ਜੀ। ਮੈਂ ਪੰਜਾਬ ਯੂਨੀਵਰਸਿਟੀ 'ਚ ਪ੍ਰੋਫੈਸਰ ਹਾਂ, ਹਿਸਟਰੀ ਦਾ ਇਤਿਹਾਸ ਪੜ੍ਹਾਉਣਾ। ਇਹ ਜਿਹੜਾ ਸਮਾਰਕ ਗਿਰਾਇਆ ਗਿਆ ਉਸ ਦੇ ਉਹ ਇਕੱਲਾ ਇੱਕ ਸਮਾਰਕ ਹੀ ਨਹੀਂ ਹੈਗਾ, ਪੱਥਰਾਂ ਦਾ ਸਮਾਰਕ ਨਹੀਂ ਹੈਗਾ। ਸਮਾਰਕ ਜਿਹੜਾ ਹੈਗਾ ਉਹ 10 ਲੱਖ ਜਿਹੜੇ ਬੰਦੇ ਮਾਰੇ ਗਏ ਉਹਨਾਂ ਦੀ ਯਾਦ 'ਚ ਉਸਾਰਿਆ ਗਿਆ, ਪਰ ਇਹ ਇੱਕ ਪੂਰੇ ਪੰਜਾਬੀਆਂ ਦੀ ਦੋਨੇ ਪੰਜਾਬ, ਪਾਕਿਸਤਾਨ ਤੇ ਇੰਡੀਆ, ਪੰਜਾਬ ਤੇ ਜਿਹੜਾ ਬਾਹਰ ਪੰਜਾਬੀ ਬੈਠਾ, ਪੰਜਾਬੀ ਪੂਰਾ ਜਿਹੜਾ ਡਾਇਸਪੋਰਾ ਹੈਗਾ, ਉਸ ਪੰਜਾਬ ਦੀ ਜਿਹੜੀ ਇਤਿਹਾਸਿਕ ਸਮ੍ਰਿਤੀ ਹੈ ਉਹ ਸਮ੍ਰਿਤੀਆਂ ਨਾਲ ਜੁੜਿਆ ਹੋਇਆ ਇਹ ਸਮਾਰਕ ਹੈਗਾ। ਜਦੋਂ ਸਮਾਰਕ ਢਹਿ ਗਿਆ ਤਾਂ ਲੋਕਾਂ ਦੀਆਂ ਜਿਹੜੀਆਂ ਸਮ੍ਰਿਤੀਆਂ ਨੇ ਉਹਨਾਂ ਤੇ ਬਹੁਤ ਵੱਡੀ ਸੱਟ ਵੱਜੀ ਹੈਗੀ ਹੈ। ਇਹ ਸਮਾਰਕ ਮੈਂ ਇਸ ਕਰਕੇ ਇਹਦੇ ਉੱਤੇ ਜ਼ੋਰ ਦੇ ਰਿਹਾ, ਕਿਉਂ ਇਹ ਢਾਇਆ ਗਿਆ, ਕਿਉਂ ਇਹਦੇ ਲਈ ਅਸੀਂ ਭਾਵੁਕ ਹੋਏ। ਇਹ ਸਮਾਰਕ ਇੰਡੀਅਨ ਨੈਸ਼ਨਲਿਜ਼ਮ ਦਾ ਸਭ ਤੋਂ ਵੱਡਾ ਇੱਕ ਸਿੰਬਲ ਹੈ ਕਿ ਇੰਡੀਅਨ ਨੈਸ਼ਨਲਿਜ਼ਮ ਜਿਹੜਾ ਹੈਗਾ, ਜਿਹੜੀ ਇੰਡੀਅਨਨੈਸ ਹੈਗੀ ਆ, ਉਹ ਕਿਵੇਂ ਆਪਣੇ ਸੂਬਿਆਂ ਨੂੰ, ਐਥਨੀਸਿਟੀ ਨੂੰ, ਕਲਚਰ ਨੂੰ, ਲੋਕਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਸੰਭਾਲ ਕੇ ਰੱਖਦੀ ਹੈਗੀ ਹੈ। ਆਫਟਰ ਆਲ ਕਿਉਂ ਕਹਿ ਰਿਹਾ ਮੈਂ ਇੰਡੀਅਨ ਸਰਕਾਰ, ਕਿਉਂਕਿ ਉਹਨਾਂ ਤੋਂ ਪਰਮਿਸ਼ਨ ਲੈ ਕੇ ਬਣਾਇਆ ਗਿਆ ਸੀ, ਪਾਰਲੀਮੈਂਟ 'ਚ ਪਾਸ ਹੋਇਆ, BSF ਨੇ ਵੀ ਪਾਸ ਕਰਵਾਇਆ। ਇਹ ਐਡਾ ਵੱਡਾ ਇੱਕ ਸਿੰਬਲ ਸੀ, ਉਸ ਸਿੰਬਲ ਨੂੰ ਤੁਸੀਂ ਢਾਹ ਦਿੱਤਾ ਗਿਆ, ਜਿਹੜੇ ਸਿੰਬਲ ਦੇ ਵਿੱਚ ਤੁਸੀਂ ਸਾਡੀ ਮਦਦ ਕੀਤੀ ਬਣਾਉਣ ਦੇ ਵਿੱਚ। ਦੂਸਰੀ, ਇਹ ਬਹੁਤ ਵੱਡੇ ਇੱਕ ਪ੍ਰੋਜੈਕਟ ਦਾ ਹਿੱਸਾ ਸੀ ਸਾਡਾ। ਉਹ ਪ੍ਰੋਜੈਕਟ ਇਹ ਸੀ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਕਿ ਅਸੀਂ ਪੰਜਾਬ ਦੀ ਇੱਕ ਸੱਭਿਆਚਾਰਕ ਪਾਲਿਸੀ ਬਣਾਉਣੀ ਹੈਗੀ ਆ। ਉਹ ਸੱਭਿਆਚਾਰਕ ਪਾਲਿਸੀ ਦੇ ਵਿੱਚ ਇੱਕ ਸਮਾਰਕ ਵੀ ਸੀ ਕਿ ਉਹ ਸਮਾਰਕ ਨੂੰ ਵੀ ਉਸਾਰਿਆ ਜਾਵੇ। ਉਹ ਸੱਭਿਆਚਾਰਕ ਪਾਲਿਸੀ ਫਿਰ ਫੋਕਲੋਰ ਰਿਸਰਚ ਅਕੈਡਮੀ ਨੇ ਅਸੀਂ ਮਿਲ ਕੇ ਬਣਾਈ ਗਈ। ਉਹ ਫੋਕਲੋਰ ਇਸ ਨੂੰ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਵੀ ਅਸੀਂ ਲਿਆਤਾ ਇਸ ਸੱਭਿਆਚਾਰਕ ਪਾਲਿਸੀ ਨੂੰ। ਅਤੇ ਤੀਸਰਾ ਇਹਦਾ ਜਿਹੜਾ ਹੈਗਾ ਸੀ ਫੀਚਰ ਸੀ ਜਿਹੜਾ ਉਹ ਹੈਗਾ ਸੀ ਰਾਜਾ ਪੋਰਸ ਮਿੱਤਰਤਾ ਮੇਲਾ। ਅਤੇ ਇਸ ਕਰਕੇ ਰਾਜਾ ਪੋਰਸ ਮਿੱਤਰਤਾ ਮੇਲਾ ਅਤੇ ਪੰਜਾਬ ਦੀ ਸੱਭਿਆਚਾਰ ਪਾਲਿਸੀ ਅਤੇ ਸਮਾਰਕ ਤਿੰਨੇ ਮਿਲ ਕੇ ਉਸ ਏਜੰਡੇ ਨੂੰ ਦਰਸਾ ਰਹੇ ਨੇ, ਜਿਹੜਾ ਏਜੰਡਾ ਪੰਜਾਬ ਅਤੇ ਪੰਜਾਬੀਅਤ ਬਾਰੇ ਗੱਲ ਕਰਨ ਨੂੰ ਫਿਰਦਾ ਹੈ। ਅਤੇ ਇਹ ਪੰਜਾਬ ਕੋਈ ਸੁੰਗੜੇ ਪੰਜਾਬ ਦੀ ਨਹੀਂ ਗੱਲ ਕੀਤੀ, ਇਸ ਪੰਜਾਬ ਸਾਡੇ ਇਸ ਦਿਲੋਂ ਦਿਮਾਗ ਦੇ ਵਿੱਚ ਇੱਕ ਨਕਸ਼ ਹੈ ਕਿ ਇਹ ਉਹ ਪੰਜਾਬ ਹੈ
ਜਿਹੜਾ ਸਿੰਧ ਤੋਂ ਲੈ ਕੇ ਗੰਗਾ ਜਮਨਾ ਦਰਿਆ ਤੱਕ ਪੰਜਾਬ ਬਹਿ ਰਿਹਾ ਹੈਗਾ। ਇਹ ਉਹ ਪੰਜਾਬ ਹੈਗਾ ਜਿੱਥੇ ਕ੍ਰਿਸ਼ਨ ਭਗਵਾਨ ਨੇ ਕੁਰੂਕਸ਼ੇਤਰ ਦੇ ਵਿੱਚ ਗੀਤਾ ਦਾ ਉਪਦੇਸ਼ ਦਿੱਤਾ ਸੀ, ਜਿੱਥੇ ਸੈਯਦਪੁਰ ਦੇ ਵਿੱਚ ਬਾਬਾ ਜੀ ਨੇ ਬਾਬਰ ਬਾਣੀ ਹਿੰਦੁਸਤਾਨ ਸ਼ਬਦ ਨੂੰ ਇਸਤੇਮਾਲ ਕੀਤਾ, ਬਾਬਰ ਨੂੰ ਬਾਹਰੋਂ ਹਮਲਾਵਰ ਨੂੰ ਲਲਕਾਰਿਆ। ਇਹ ਉਹ ਪੰਜਾਬ ਹੈ ਜਿਸ ਦੇ ਵਿੱਚ ਅਨੰਦਪੁਰ ਸਾਹਿਬ ਖਾਲਸੇ ਦੀ ਸਿਰਜਣਾ ਕੀਤੀ ਗਈ। ਇਹ ਕੋਈ ਪੰਜਾਬ ਕੋਈ ਛੋਟਾ ਮੋਟਾ ਪੰਜਾਬ ਹੈਗਾ, ਇਹ ਉਹ ਪੰਜਾਬ ਹੈਗਾ ਜਿਸ ਦੇ ਚਨਾਬ ਦੇ ਵਿੱਚ ਕ੍ਰਿਸ਼ਨ ਦੀ ਬੰਸਰੀ ਵੀ ਸੁਣਾਈ ਦਿੰਦੀ ਹੈ ਤੇ ਰਾਂਝੇ ਦੀ ਬੰਸਰੀ ਵੀ ਸੁਣਾਈ ਦਿੰਦੀ ਹੈਗੀ ਹੈ। ਇਸ ਐਡੇ ਵੱਡੇ ਵਿਸ਼ਾਲ ਸੰਕਲਪ ਨੂੰ ਲੈ ਕੇ, ਕਿਉਂ ਜਦੋਂ ਤੁਸੀਂ ਕੋਈ ਵੀ ਮੋਨੂਮੈਂਟ ਕੋਈ ਵੀ ਚੀਜ਼ ਢਾਉਣੇ ਹੈਗੇ ਹੋ ਤਾਂ ਤੁਹਾਨੂੰ ਉਹਦੇ ਪਿੱਛੇ ਭਾਵਨਾਵਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹੈਗੀਆਂ ਨੇ। ਤੇ ਮੈਨੂੰ ਬੜਾ ਅਫਸੋਸ ਹੈ, ਮੈਂ ਇਤਿਹਾਸ ਦਾ ਵਿਦਿਆਰਥੀ ਹੈਗਾ, ਕਿ ਅਸੀਂ ਤਾਂ ਹਜੇ ਤੱਕ ਭਾਵਨਾਵਾਂ ਦਾ ਇਤਿਹਾਸ ਸਿਰਜ ਹੀ ਨਹੀਂ ਸਕੇ, ਹਿਸਟਰੀ ਆਫ ਸੈਂਟੀਮੈਂਟਸ ਹਜੇ ਤੱਕ ਲਿਖ ਹੀ ਨਹੀਂ ਸਕੇ। ਕਿਉਂ? ਅਸੀਂ ਇੰਨੇ ਜ਼ਿਆਦਾ ਪੋਲੀਟੀਸਾਈਜ਼ ਹੋ ਗਏ ਹਾਂ। ਪੋਲੀਟੀਸਾਈਜੇਸ਼ਨ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਪੋਲੀਟੀਸਾਈਜੇਸ਼ਨ ਦੇ ਵਿੱਚ ਜਿੰਨਾ ਤੱਕ ਲੋਕਾਂ ਦੀਆਂ ਫੀਲਿੰਗਸ, ਲੋਕਾਂ ਦੇ ਸੈਂਟੀਮੈਂਟਸ ਨਹੀਂ ਆਉਂਦੇ, ਉਹਨਾਂ ਤੱਕ ਪੋਲੀਟੀਸਾਈਜੇਸ਼ਨ ਇੱਕ ਐਮਪਟੀ ਜਾਂ ਇੱਕ ਖੋਖਲਾ ਜਿਹਾ ਸੰਕਲਪ ਰਹਿੰਦਾ ਹੈਗਾ। ਆਫਟਰ ਆਲ ਨੈਸ਼ਨਲਿਜ਼ਮ ਕੀ ਹੈ, ਪੈਟਰੀਓਟਿਜ਼ਮ ਕੀ ਹੈਗਾ, ਹੈ ਤਾਂ ਲੋਕਾਂ ਦੇ ਸੈਂਟੀਮੈਂਟਸ ਹੀ ਨੇ ਨਾ। ਉਹੀ ਸੈਂਟੀਮੈਂਟਸ ਦੇ ਪਿੱਛੇ ਕੋਈ ਦੇਖੋ ਨਕਸ਼ੇ ਪਿੱਛੇ ਜਾਣ ਨਹੀਂ ਦਿੰਦਾ, ਭਾਰਤ ਮਾਤਾ ਦੇ ਪਿੱਛੇ ਜਾਣ ਦਿੰਦਾ, ਉਹ ਸੈਂਟੀਮੈਂਟਸ ਦੇ ਪਿੱਛੇ ਜਾਣ ਦਿੰਦਾ ਹੈਗਾ। ਕੁਰਬਾਨੀਆਂ ਤਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਲੋਕਾਂ ਦੇ ਵਿੱਚ ਜਜ਼ਬਾ ਹੁੰਦਾ ਹੈਗਾ। ਉਸ ਜਜ਼ਬਿਆਂ ਨੂੰ ਦਿਖਾਉਣ ਦੇ ਲਈ ਉਹਨਾਂ ਦੇ ਚਿੰਨ੍ਹਾਂ ਨੂੰ ਇਤਿਹਾਸ ਲਿਖਦੇ ਹਾਂ, ਅਸੀਂ ਇਤਿਹਾਸ ਦੇ ਸਮਾਰਕ ਅਸੀਂ ਉਸਾਰਦੇ ਹੈਗੇ ਹਾਂ, ਤਾਂ ਕਿ ਲੋਕਾਂ ਨੂੰ ਲਗਾਤਾਰ ਕੌਨਸਟੈਂਟਲੀ ਟਾਈਮ ਐਂਡ ਅਗੇਨ ਲੋਕਾਂ ਦੀਆਂ ਸਮ੍ਰਿਤੀਆਂ ਨੇ ਜਿਹੜੀਆਂ ਤਾਜ਼ਾ ਰਹਿਣ, ਉਹ ਕੰਸੋਲੀਡੇਟ ਹੋਣ ਤੇ ਉਹ ਉਹਨਾਂ ਤੋਂ ਇੰਸਪੀਰੇਸ਼ਨ ਲੈਣ, ਐਸਪਾਇਰੇਸ਼ਨਸ ਉਹਨਾਂ ਦੇ ਵਿੱਚ ਜਾਗਣ, ਤਾਂ ਇੱਕ ਨੈਸ਼ਨਲਿਜ਼ਮ ਪੈਦਾ ਹੁੰਦਾ, ਹੈਲਦੀ ਨੈਸ਼ਨਲਿਜ਼ਮ ਪੈਦਾ ਹੁੰਦਾ ਹੈਗਾ। ਸ਼ਾਹ ਮੁਹੰਮਦ, ਮੰਨ ਲਓ ਜੇ ਅੱਜ ਕੱਲ੍ਹ ਦੀ ਭਾਸ਼ਾ 'ਚ ਕਹਾਂ, ਸ਼ਾਹ ਮੁਹੰਮਦ ਕਲਮ ਮੁਸਲਮਾਨ ਹੈਗਾ, ਸਰਕਾਰ ਖਾਲਸਾ ਡਿਗਰੀ ਆ ਉਹਦੇ 'ਤੇ ਸ਼ਾਹ ਇੱਕ ਜੰਗਨਾਮਾ ਲਿਖ ਰਿਹਾ ਹੈ ਐਡਾ ਵੱਡਾ। ਹੀ ਵਾਜ਼ ਏ ਬੈਟਰ ਮੁਸਲਿਮ, ਪੰਜਾਬੀ ਮੁਸਲਿਮ। ਇਹ ਕੋਈ ਨੈਸ਼ਨਲ ਮੈਂ ਇੱਦਾਂ ਥੋੜ੍ਹਾ ਹੈਗਾ ਵੀ ਉਹੀ ਹਵਾ ਦੇ ਵਿੱਚ ਫਿਰ ਰਿਹਾ ਹੈਗਾ ਸਮਾਰਕ ਜਿਹੜੇ ਹੈਗੇ ਨੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਸਾਡੀ ਮਦਦ ਕੀਤੀ ਜਾਵੇ, ਇਸ ਸਮਾਰਕ ਨੂੰ ਮੁੜ ਉਸਾਰੀ ਦੇ ਲਈ ਸਾਡਾ ਕੁਝ ਕੀਤਾ ਜਾਵੇ, ਇਸ ਦੇ ਵਿੱਚ ਇਹ ਅਪੀਲ ਹੈ। ਮੈਂ ਪ੍ਰੋਫੈਸਰ ਮਨਜੀਤ ਸਿੰਘ, ਸੋਸ਼ਲ ਐਕਟਿਵਿਸਟ ਮੇਰੀ ਆਇਡੈਂਟੀਟੀ ਹੈ, ਔਰ ਮੈਂ ਪੰਜਾਬ ਯੂਨੀਵਰਸਿਟੀ ਤੋਂ ਸੋਸ਼ੀਓਲੋਜੀ ਦੇ ਵਿਭਾਗ ਤੋਂ ਰਿਟਾਇਰ ਹੋਇਆ ਪ੍ਰੋਫੈਸਰ ਹਾਂ। ਸਭ ਤੋਂ ਪਹਿਲਾਂ ਮੈਂ ਸ਼ੁਰੂ 'ਚ ਹੀ ਕੇਂਦਰੀ ਸਿੰਘ ਸਭਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜੇ ਸਾਨੂੰ ਇੱਥੇ ਪਬਲਿਕ ਨੂੰ ਕਿਸੇ ਵੀ ਸਮੁਦਾਇ ਦੇ ਹੋਣ, ਕੋਈ ਵੀ ਇਸ਼ੂ ਹੋਵੇ, ਔਰ ਉਹ ਬਿਲਕੁਲ ਜਿਹੜੇ ਪਬਲਿਕ ਇੰਟਰਸਟ ਦਾ ਕੋਈ ਵੀ ਇਸ਼ੂ ਹੋਵੇ, ਉਹ ਇੱਥੇ ਜਗ੍ਹਾ ਦਿੰਦੇ ਆ, ਸੇਵਾ ਵੀ ਕਰਦੇ ਆ, ਔਰ ਬਿਨਾਂ ਨਿਸ਼ਕਾਮ ਸੇਵਾ ਜਿਹੜੀ ਹੈ ਦਿੰਦੇ ਹੈਗੇ ਆ, ਔਰ ਹਰ ਕਿਸਮ ਦੀ ਮਦਦ ਦਿੰਦੇ ਆ। ਮੈਂ ਬਹੁਤ ਉਹਨਾਂ ਦਾ ਧੰਨਵਾਦੀ ਹਾਂ। ਸ਼ੁਰੂ 'ਚ ਹੀ ਮੈਂ ਇਸ ਗੱਲ ਦਾ ਕਹਿਣਾ ਕਿ ਅਸੀਂ ਬੜੇ ਖੁਸ਼ ਹਾਂ ਕਿ ਸਾਨੂੰ ਇੱਕ ਸਿਰਫ ਫੋਨ 'ਤੇ ਹਮੇਸ਼ਾ ਹੀ ਇੰਝ ਹੁੰਦਾ, ਉਹ ਅੱਜ ਵੀ ਹੋਇਆ ਕਿ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਇੱਥੇ ਅੱਜ ਅਸੀਂ ਕਰ ਪਾਏ ਹਾਂ, ਇਹ ਇਹਨਾਂ ਦੇ ਸਦਕਾ ਕੇਂਦਰੀ ਗੁਰੂ ਸਿੰਘ ਸਭਾ ਵੱਲੋਂ ਸਾਰੀ ਜੋ ਮਦਦ ਕੀਤੀ ਜਾਂਦੀ ਲਗਾਤਾਰ ਨਿਸ਼ਕਾਮ ਸੇਵਾ ਦੀ, ਉਹਦੇ ਕਰਕੇ ਇਹ ਅੱਜ ਕਾਮਯਾਬ ਹੋਈ। ਅੱਜ ਦਾ ਵਿਸ਼ਾ ਜਿਹੜਾ ਬਹੁਤ ਹੀ ਦਰਦ ਦੇਣ ਵਾਲਾ ਵਿਸ਼ਾ, ਪੰਜਾਬ ਜੋ ਕਦੀ ਹੁੰਦਾ ਸੀ, ਪੰਜਾਬ ਜੋ ਸਰਦਾਰੀ ਔਰ ਜਿਹੜਾ ਲੋਕਾਂ ਦੀ ਯਾਦ ਵਿੱਚ ਅੱਜ ਵੀ ਉਕਰਿਆ ਹੋਇਆ, ਬਿਲਕੁਲ ਉਹਨਾਂ ਦੇ ਦਿਮਾਗਾਂ ਤੇ ਦਿਲਾਂ ਦੇ ਵਿੱਚ ਬਹੁਤ ਗਹਿਰਾ ਉਕਰਿਆ ਹੋਇਆ ਉਹ ਵਿਰਸਾ, ਉਹ ਕਿਵੇਂ ਭੁੱਲਿਆ ਜਾ ਸਕਦਾ? ਇਹ ਕਿਵੇਂ ਹੋ ਗਿਆ 47 ਦੇ ਵਿੱਚ? ਕੁਝ ਪਤਾ ਨਹੀਂ ਕਿਵੇਂ ਲੋਕਾਂ ਨੂੰ ਕਿਸ ਤਰ੍ਹਾਂ ਪਾਗਲਪਣ ਦਾ ਇੱਕ ਭੂਤ ਸਵਾਰ ਹੋ ਗਿਆ ਜਾਂ ਕਰ ਦਿੱਤਾ ਗਿਆ। ਇਹ ਤੇ ਇਤਿਹਾਸਕਾਰੀ ਬੈਟਰ ਜਾਣਦੇ ਆ, ਪਰ ਜੋ ਲੋਕਾਂ ਨੇ ਭੁਗਤਿਆ, ਚਾਹੁੰਦੇ ਹੋਏ ਵੀ ਕੁਝ ਖੂਨ ਖਰਾਬਾ ਨਾ ਹੋਏ, ਇਹੋ ਜਿਹੀ ਹਨੇਰੀ ਝੁੱਲ ਗਈ ਕਿ ਜਦੋਂ ਤੁਸੀਂ ਇੱਕ ਆਦਮੀ ਦੀ ਕਹਾਣੀ ਸੁਣਦੇ ਆ। ਇੱਥੇ ਹੀ ਅੱਜ 15 ਅਗਸਤ ਨੂੰ ਅਸੀਂ ਐਸੇ ਹੀ ਵਿਸ਼ੇ ਦੇ ਉੱਤੇ ਜਦੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ, ਤਾਂ ਇੱਕ ਗੁਰਚਰਨ ਸਿੰਘ ਜਿਹੜੇ ਉੱਥੋਂ ਉੱਜੜ ਕੇ ਆਏ ਸੀ, ਉਹ ਆਪਣੀ ਕਹਾਣੀ ਪਰਿਵਾਰ ਦੀ ਦੱਸ ਕੇ ਗਏ ਸੀ। ਅੱਜ ਵੀ ਸੁਣ ਕੇ ਇੰਨੇ ਸਾਲਾਂ ਬਾਅਦ ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਆ ਕਿ ਬੱਚੀ ਨੂੰ 2 ਮਹੀਨਿਆਂ ਨੂੰ ਚੁੱਕ ਕੇ ਨਹੀਂ ਤੁਰਿਆ ਜਾਂਦਾ, ਮਾਂ ਕੋ ਰਾਹ 'ਚ ਸੁੱਟਦਾ, ਉਹਦੀ ਦਾਦੀ ਨੇ ਦੁਬਾਰਾ ਚੁੱਕ ਲਿਆ। ਪਾਣੀ ਨਹੀਂ ਹੈ, ਰਾਹ ਵਿੱਚ ਖੂਨ ਹੈ, ਉਹੀ ਖੂਨ ਵਾਲਾ ਪਾਣੀ ਪੀ ਕੇ ਲੋਕ ਬਚਾ ਕਰ ਰਹੇ ਆ। ਰਾਹ 'ਚ ਲਾਸ਼ਾਂ ਦੇ ਉੱਪਰ ਦੀ ਲੰਘਣਾ ਪੈ ਰਿਹਾ ਕਿਉਂਕਿ ਰਸਤਾ ਹੀ ਹੈ ਨਹੀਂ। ਰਾਤ ਨੂੰ ਗੰਨਿਆਂ 'ਚ ਲੁਕ ਕੇ ਕਿਵੇਂ ਲੋਕ ਕੱਟ ਰਹੇ ਆ। ਇਹ ਦਰਦ ਇੱਕ ਪਰਿਵਾਰ ਦਾ, ਇਸ ਨੂੰ 10 ਲੱਖ ਗੁਣਾ
ਮਲਟੀਪਲਾਈ ਕਰ ਲਓ, ਕਿੰਨਾ ਦਰਦ ਹੋਊਗਾ। ਆਈਡੀ ਗੌਡ ਹੁਣੇ ਹੀ ਕਹਿ ਰਹੇ ਸੀ, ਇਹ ਬਿਲਕੁਲ ਠੀਕ ਹੈ ਕਿ ਅਸੀਂ ਕਿਵੇਂ ਭੁੱਲ ਸਕਦੇ ਹਾਂ ਇਹ ਦਰਦ। ਸੈਕੰਡ ਵਰਲਡ ਵਾਰ, ਜਿਹਦੇ ਵਿੱਚ ਅਲੱਗ-ਅਲੱਗ ਐਸਟੀਮੇਟ ਹੈ ਕਿ 4-5 ਕਰੋੜ ਲੋਕ ਇਸੇ ਤਰੀਕੇ ਨਾਲ ਮਾਰੇ ਗਏ। ਮੈਨੂੰ ਲੱਗਦਾ ਉਸ ਤੋਂ ਬਾਅਦ ਜੇ ਕੋਈ ਵੱਡਾ, ਸਭ ਤੋਂ ਵੱਧ ਕਤਲੇਆਮ ਹੋਇਆ ਸੈਕੰਡ ਵਰਲਡ ਵਾਰ ਤਾਂ ਇਹ ਹੋਇਆ। ਕਿਹਦਾ ਹੋਇਆ? ਸਾਰੇ ਦੇਸ਼ ਦਾ ਨਹੀਂ ਹੋਇਆ, ਪੰਜਾਬ ਦਾ ਹੋਇਆ। ਅੰਗਰੇਜ਼ਾਂ ਨੂੰ ਇੱਥੇ ਕੱਢਣ ਲਈ ਸਭ ਤੋਂ ਵੱਧ ਜੇ ਸ਼ਹਾਦਤਾਂ ਪਾਈਆਂ, ਸਭ ਤੋਂ ਵੱਧ ਜੇ ਕੁਰਬਾਨੀਆਂ ਦਿੱਤੀਆਂ। ਪੰਜਾਬੀ ਸੂਬਾ ਵੀ ਵੈਸੇ ਤਾਂ ਬਹੁਤ ਵੱਡਾ ਸੀਗਾ, ਬਣਦਾ ਵੀ ਸੀਗਾ, ਪਰ ਉਹ ਵੰਗਾਰ ਜੇ ਲਈ ਤਾਂ ਉਹ ਪੰਜਾਬੀਆਂ ਨੇ ਲਈ। ਲੇਕਿਨ ਜਿੱਦਣ ਅੰਗਰੇਜ਼ਾਂ ਨੂੰ ਬਾਹਰ ਕਰਕੇ ਦੇਸ਼ ਵਿੱਚੋਂ 15 ਅਗਸਤ ਦਾ ਖੁਸ਼ੀਆਂ ਮਨਾਉਣ ਦਾ, ਭੰਗੜੇ ਪਾਉਣ ਦਾ ਦਿਨ ਸੀ, ਸਾਡੇ ਇੱਥੇ ਸ਼ਿਵੇ ਜਲ ਰਹੇ ਸੀ, ਸਾਡੇ ਸੋਗ ਸੀ। ਔਰ ਅੰਮ੍ਰਿਤਾ ਪ੍ਰੀਤਮ ਉਹ ਕਵਿਤਾ ਲਿਖ ਰਹੀ ਸੀ, ਆਖਾਂ ਬਾਦਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ। ਉਸ ਗੱਲ ਨੂੰ, ਉਸ ਗੱਲ ਤੋਂ ਨਿਰਵਾਣ ਪਾਉਣ ਲਈ, ਉਸ ਦਰਦ ਨੂੰ ਇੱਕ ਪਾਸੇ ਹੰਡਾਉਣ ਲਈ, ਉਸ ਸੰਤਾਪ ਨੂੰ ਹੰਡਾਉਣ ਲਈ ਔਰ ਉਸ ਤੋਂ ਮੁਕਤੀ ਪਾਉਣ ਲਈ, ਉਹ ਮੁਕਤੀ ਤਾਂ ਪਾਊਗੀ ਜੇ ਅਸੀਂ ਦੁਬਾਰਾ ਦੋਸਤੀ, ਪਿਆਰ, ਸਦਭਾਵਨਾ, ਇੱਕ ਦੂਜੇ ਨਾਲ ਸਾਂਝ, ਕਲਚਰਲ ਸਾਂਝ, ਬੋਲੀ ਦੀ ਸਾਂਝ, ਹਰ ਉਹ ਮਿੱਟੀ ਦੀ ਸਾਂਝ ਜਿਹੜੀ ਇਹ 12 ਬਣਾ ਕੇ ਇੱਥੋਂ ਦੇ ਪੰਜਾਬੀ ਉੱਥੇ ਆਏ ਔਰ ਉੱਥੇ ਛੱਡ ਕੇ ਆ ਗਏ। ਅੱਜ ਤੱਕ ਰੋਂਦੇ ਆ ਕਿ ਉਹ ਘਰ ਤੇ ਮਿੱਟੀ ਦੇਖਣ ਨੂੰ ਜੀ ਕਰਦਾ। ਉਹ ਇੱਥੋਂ ਜਿਹੜੇ ਖੰਨੇ ਤੋਂ, ਹੋਰਨਾਂ ਤੋਂ ਜਦੋਂ ਤੁਸੀਂ ਲਾਹੌਰ ਜਾਂਦੇ ਆ, ਉਹ ਕੱਲੇ-ਕੱਲੇ ਪਿੰਡ ਦਾ ਹਾਲ ਪੁੱਛਦੇ ਆ, ਫਲਾਨਾ ਜੀ ਦਾ, ਫਲਾਣੇ ਦਾ ਪਿੰਡ ਦਾ ਦੱਸੋ। ਉਹ ਵੀ ਦਰਦ ਉਸ ਤਰ੍ਹਾਂ ਸੰਤਾਪ ਹੰਢਾ ਰਹੇ ਆ। ਉਹਨਾਂ ਨੂੰ ਨੇੜੇ ਲਿਆਉਣ ਦਾ, ਉਹ ਪੰਜਾਬ ਦੀ ਸ਼ਾਨ ਜੋ ਕਦੀ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਆਪਾਂ ਲਗਾਤਾਰ ਆਪਣੀਆਂ ਯਾਦਾਂ 'ਚ ਵਸਾਉਂਦੇ ਆ, ਉਸ ਨੂੰ ਜਾਗਰਤ ਰੱਖਣ ਲਈ, ਉਸ ਨੂੰ ਪ੍ਰਬਲ ਕਰਨ ਲਈ ਔਰ ਆਪਣੀ ਭਾਸ਼ਾ ਦੀ ਸਾਂਝ ਤੇ ਸੱਭਿਆਚਾਰਕ ਅਤੇ ਇਤਿਹਾਸਕ ਸਾਂਝ ਨੂੰ ਬਾਰ-ਬਾਰ ਪੱਕਿਆਂ ਕਰਨ ਲਈ ਇਹ ਸਮਾਰਕ ਬਣਾਈ ਗਈ। ਇਸ ਗੱਲ ਦਾ ਆਈਡੀਆ ਜਿਵੇਂ ਤਾਰਾ ਸਿੰਘ ਸੰਧੂ ਤੇ ਇਹਨਾਂ ਦੀ ਜਿਹੜੀ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਵੱਲੋਂ ਔਰ ਆਈਡੀ ਗੌਡ ਉਹਨਾਂ ਦੇ ਸੈਕਟਰੀ ਹੈ, ਇਹ ਇਸ ਗੱਲ ਦੇ ਵਧਾਈ ਦੇ ਪਾਤਰ ਹੈ। ਇਹਨਾਂ ਨੇ 16 ਸਾਲ ਉੱਥੇ ਰਾਜਾ ਪੋਰਸ ਦਾ ਮੇਲਾ ਲਾ ਕੇ ਉਹਨੂੰ ਜਾਗਦਾ ਵੀ ਰੱਖਿਆ। ਭਗਤ ਸਿੰਘ ਬਿਲਗਾ ਉਹਨਾਂ ਨੇ ਜੋਤ ਜਗਾਈ। ਭਗਤ ਸਿੰਘ ਬਿਲਗਾ ਨੂੰ ਕੌਣ ਨਹੀਂ ਜਾਣਦਾ? ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਮੈਂ ਖੁਦ ਉਹਨਾਂ ਨਾਲ ਕਿੰਨੀ ਵਾਰੀ ਮਿਲ ਕੇ ਆਉਂਦਾ ਰਿਹਾ। ਉਹ ਸਾਡੇ 'ਚ ਹੁਣ ਨਹੀਂ ਹੈਗੇ, ਉਹ ਗਦਰਾਈਟ। ਉਹਨਾਂ ਨੇ ਇਸ ਸ਼ੁਰੂਆਤ ਪਹਿਲੀ ਵਾਰ ਦੀ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜੋਤ ਜਗਾਈ ਔਰ ਉਸ ਜੋਤ ਦੀ ਬੱਤੀ ਅੱਜ ਇਹ ਨੈਸ਼ਨਲ ਹਾਈਵੇ ਅਥਾਰਟੀ ਨੇ ਸੜਕਾਂ ਸਿੱਧੀਆਂ ਕਰਨ ਲਈ, ਵੱਡੀਆਂ ਬਣਾਉਣ ਲਈ ਬਿਨਾਂ ਕਿਸੇ ਨੂੰ ਪੁੱਛਿਆ ਬੁਲਡੋਜ਼ਰਾਂ ਦੇ ਨਾਲ ਤੋੜ ਦਿੱਤੀ। ਕਿਸੇ ਨੂੰ ਨਹੀਂ ਪਤਾ ਕਿ ਐਡਾ ਵੱਡਾ ਕੁਕਰਮ, ਐਡਾ ਵੱਡਾ ਪਾਪ, ਐਡਾ ਵੱਡਾ ਧੱਕਾ ਇਹਨਾਂ ਬੰਦਿਆਂ ਨੇ ਕਰ ਦਿੱਤਾ ਹੋਇਆ। ਇਹ ਪਤਾ ਉਸ ਦਿਨ ਲੱਗਦਾ ਜਦੋਂ ਅਜੇ ਵੀ ਉਸ ਪਿਆਰ ਦੇ ਪਰਿੰਦੇ ਜਿਹੜੇ ਆ ਹਰ ਸਾਲ ਜਿਹੜੀਆਂ ਉੱਥੇ ਵਾਘੇ ਬਾਰਡਰ ਦੇ ਉੱਤੇ ਉਸ ਨੂੰ ਯਾਦ ਕਰਕੇ, ਪਿਆਰ ਨੂੰ ਯਾਦ ਕਰਕੇ ਮੋਮਬੱਤੀਆਂ ਜਗਾਉਣ ਜਾਂਦੇ ਆ ਕਿ ਉਹ ਅੰਧੇਰੇ ਤੋਂ ਅਸੀਂ ਮੁਕਤੀ ਕਿਵੇਂ ਪਾਉਣੀ ਆ। ਉੱਥੇ ਦੇਖਿਆ ਤੇ ਸਮਾਰਕ ਨਹੀਂ ਹੈ 14 ਅਗਸਤ ਦੀ ਸ਼ਾਮ ਨੂੰ। ਤਾਂ ਜਾ ਕੇ ਅਖਬਾਰਾਂ 'ਚ ਰੌਲਾ ਪੈ ਗਿਆ, ਸਾਰਾ ਪਤਾ ਲੱਗਾ ਕਿ ਇੱਥੇ ਤੇ ਇਹ ਭਾਣਾ ਵਰਤ ਗਿਆ। ਅੱਜ ਅਸੀਂ ਸਾਰੇ ਦੇਸ਼ ਦੁਨੀਆ ਦੇ ਪੰਜਾਬੀਆਂ ਨੂੰ ਇਸ ਪ੍ਰੈਸ ਕਾਨਫਰੰਸ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਡੀ ਇੱਕੋ ਇੱਕ ਇਸ ਕਿਸਮ ਦੀ ਸਾਂਝੀਵਾਲਤਾ ਦੀ ਯਾਦ ਜਿਹਦੇ ਤੇ ਹਮਲਾ ਕੀਤਾ ਗਿਆ ਉਸ ਨੂੰ ਦੁਬਾਰਾ ਬਣਾਇਆ ਜਾਊਗਾ। ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ। ਨੈਸ਼ਨਲ ਹਾਈਵੇ ਅਥਾਰਟੀ ਵਾਲਿਆਂ ਨੇ ਇਸ ਗੱਲ ਦਾ ਆਪਣੀ ਵੱਲੋਂ ਇਹ ਵੀ ਕਹਿ ਰਿਹਾ ਕਿ ਗਲਤੀ ਹੋ ਗਈ, ਇਸ ਤਰ੍ਹਾਂ ਹੋ ਗਈ, ਪਰ ਇਹ ਗਲਤੀ ਨਹੀਂ। ਇਹ ਉਸੇ ਤਰੀਕੇ ਨਾਲ ਆ, ਮੈਨੂੰ ਤੇ ਬਿਲਕੁਲ ਉਸੇ ਤਰੀਕੇ ਨਾਲ ਲੱਗਦਾ ਕਿ ਜਿਵੇਂ ਲੋਕ ਸਿੰਬਲ ਬਣਾਉਂਦੇ ਆ, ਇੱਕ ਤਿਰੰਗਾ ਝੰਡਾ ਹੁੰਦਾ ਕਿ ਕਿਸੇ ਦੀ ਜ਼ਰੂਰਤ ਹੈ, ਉਹ ਜਿਹੜਾ ਕੋਰਟ ਦੇ ਉੱਤੇ ਲਾਇਆ ਸੀ ਤੇ ਕੀ ਬੱਚਿਆਂ ਨੂੰ ਫੜ ਕੇ ਹੁਣ ਉਹਨਾਂ ਦਾ ਜੋ ਹਾਲ ਹੋਊਗਾ ਆਪਾਂ ਸਾਰੇ ਜਾਣਦੇ ਹਾਂ। ਇਹ ਸਿੰਬਲ ਹੁੰਦੇ ਆ। ਵੈਸੇ ਜਿਉਂ ਦੇਖੋ ਤਾਂ ਕੱਪੜਾ ਹੀ ਹੈ, ਇੱਕ ਦਰਜੀ ਨੇ ਕੱਪੜਾ ਲੈ ਕੇ ਸੀਨਤਾ, ਪਰ ਜਿਸ ਦਿਨ ਉਹ ਤਿਰੰਗਾ ਬਣ ਜਾਂਦਾ ਉਹ ਸਾਰੇ ਦੇਸ਼ ਦੇ ਲੋਕ ਉੱਤੇ ਮਰ ਮਿਟਣ ਲਈ ਤਿਆਰ ਹੁੰਦੇ ਆ। ਜਿਸ ਦਿਨ ਇਹ ਸਮਾਰਕ ਬਣ ਕੇ ਸਥਾਪਿਤ ਹੋ ਗਈ ਫਿਰ ਉਹ ਸੇਕਰੇਡ ਹੈ,
ਉਹਦੇ ਤੇ ਲੱਖਾਂ ਲੋਕ ਜਾਨਾਂ ਕੁਰਬਾਨ ਕਰ ਸਕਦੇ ਆ। ਕਿ ਇੰਨਾ ਹੀ ਸੌਖਾ ਸੀ ਬਿਨਾਂ ਪੁੱਛਿਆ ਉਹ ਪੱਥਰ ਵੀ ਨਹੀਂ ਪੜੇ ਉਹਨਾਂ ਨੇ ਚੱਕ ਕੇ। ਇਹਦੇ ਪਿੰਡ ਦੇ ਵਿੱਚ ਕੋਈ ਮਟੀ ਹੋਵੇ ਉਹਨੂੰ ਵੀ 10 ਵਾਰੀ ਪੁੱਛਦੇ ਆ ਕਿ ਵੀ ਇਹ ਮਟੀ ਨੂੰ ਆਪਾਂ ਇੱਥੋਂ ਹਟਾ ਦਈਏ ਕਿ ਨਾ ਹਟਾ ਦਈਏ, ਪਿੰਡ ਵਾਲੇ ਕਿਤੇ ਬਹੁਤ ਰਾਜਨੀਤਿਕ ਇਸ਼ੂ ਨਾ ਬਣ ਜਾਏ। ਤੇ ਇਹ ਸਮਾਰਕ ਜਿਹਦੇ ਉੱਤੇ ਸਿਰੇ ਤੇ ਆ ਸਾਡੇ ਕੋਲ ਫੋਟੋਆਂ ਪਈਆਂ, ਉਹਦੇ ਤੇ ਪੰਜਾਬ ਉਧਰਲੇ ਲਹਿੰਦੇ ਪੰਜਾਬ ਦਾ ਤੇ ਇਸ ਪੰਜਾਬ ਦੀ ਇੱਕ ਦੋਸਤੀ ਦੇ ਹੱਥ ਐਵੇਂ ਮਿਲਾਉਂਦਿਆਂ ਹੋਇਆਂ ਦੇ ਟੌਪ ਦੇ ਉੱਤੇ ਆ ਕਿ ਅਸੀਂ ਵਿਛੜੇ ਜ਼ਰੂਰ ਹਾਂ, ਅਸੀਂ ਮਜਬੂਰੀ 'ਚ ਕੰਡਿਆਂ ਵਾਲੀ ਤਾਰ ਦੇ ਆਰ ਪਾਰ ਰਹਿੰਦੇ ਹਾਂ, ਪਰ ਸਾਡੀ ਦਿਲਾਂ ਦੀ ਦੋਸਤੀ ਉਹ ਸਿੰਬੋਲਿਕਲੀ ਅਜੇ ਵੀ ਦਿਖਦੀ ਹੈ। ਬਸ ਮੈਂ ਤੇ ਇਹੀ ਕਹੂੰਗਾ, ਜੋ ਹੋ ਗਿਆ ਹਾਂ ਉਹ ਤਾਂ ਹੋ ਗਿਆ। ਇਹ ਦਰਦ ਵੀ ਸਾਡੇ ਲਈ ਉਹਨਾਂ 10 ਲੱਖਾਂ ਲੋਕਾਂ ਨੇ ਜਿਹੜੇ ਉਧਰੋਂ ਵੀ ਸੀ ਤੇ ਇਸ ਪਾਸਿਓਂ ਸੀ ਵੀ, ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਿੱਖ ਸੀ, ਜਿਹੜੇ ਵੀ ਸੀ, ਉਹਨਾਂ ਨੂੰ ਅੱਜ ਇਹਨਾਂ ਨੇ ਠੇਸ ਪਹੁੰਚਾਈ ਹੈ। ਉਸ ਸਾਡੀ ਸਾਂਝੀਵਾਲਤਾ ਦੇ ਉਪਰਾਲੇ ਨੂੰ ਬੁਲਡੋਜ਼ਰਾਂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਅਸੀਂ ਤੁਹਾਡੇ ਨਾਲ ਅਹਿਦ ਕਰਦੇ ਹਾਂ ਕਿ ਇਹ ਦੁਬਾਰਾ ਸਮਾਰਕ ਬਣੂਗੀ, ਪਹਿਲਾਂ ਨਾਲੋਂ ਵੀ ਸ਼ਾਨਦਾਰ ਬਣੂਗੀ, ਪਹਿਲਾਂ ਨਾਲੋਂ ਵੀ ਵੱਡੀ ਬਣੂਗੀ, ਪਹਿਲਾਂ ਨਾਲੋਂ ਵੀ ਜ਼ਿਆਦਾ ਮੇਲੇ ਉੱਥੇ ਲੱਗਣਗੇ। ਅਸੀਂ ਹਰ ਸਾਲ ਉੱਥੇ ਜਾਇਆ ਕਰਾਂਗੇ ਵੱਡੀ ਗਿਣਤੀ 'ਚ। ਨਾਲ ਹੀ ਅਸੀਂ ਮੈਂ ਸਾਰੇ ਜਿਹੜੇ ਇਸ ਦੁੱਖ ਨੂੰ, ਸੰਤਾਪ ਨੂੰ ਹੰਢਾ ਰਹੇ ਪੰਜਾਬੀ ਹੈ ਜਾਂ ਹੋਰ ਵੀ ਜਿਹੜੇ ਦੇਸ਼ ਵਾਸੀ ਆ, ਸਾਰਿਆਂ ਨੂੰ ਅਪੀਲ ਕਰੂੰਗਾ ਕਿ ਅਸੀਂ ਕੋਈ ਅਕਾਊਂਟ ਖੋਲਾਂਗੇ ਆਪਾਂ ਆਪਣੇ ਪੈਸੇ ਦੇ ਨਾਲ। ਅਸੀਂ ਕਿਸੇ ਸਰਕਾਰ ਕੋਲੋਂ ਪੈਸਾ ਨਹੀਂ ਲਵਾਂਗੇ, ਉਹ ਸਾਡੇ ਲੋਕ ਸੀਗੇ। ਅਸੀਂ ਜ਼ਰੂਰ ਇਸ ਗੱਲ ਨੂੰ ਆਉਣ ਵਾਲੇ ਸਮੇਂ 'ਚ ਜਿਵੇਂ ਵੀ ਅਕੈਡਮੀ ਕਹੂਗੀ, ਅਸੀਂ ਆਪਣੇ ਰੁਪਈਆ 2-2 ਰੁਪਈਏ ਪਾ ਕੇ ਔਰ ਭਾਵੇਂ ਅਸੀਂ ਇੱਕ ਇੱਟ ਇਕੱਠੀ ਕਰਕੇ ਉੱਥੇ ਲੈ ਕੇ ਜਾਈਏ। ਅਸੀਂ ਬਿਲਕੁਲ ਆਪਣੇ ਸਾਂਝੇ ਉਪਰਾਲੇ ਦੇ ਨਾਲ ਬੜੀ ਸ਼ਾਨਾਮਈ ਉੱਥੇ ਸਮਾਰਕ ਦੁਬਾਰਾ ਬਣਾਵਾਂਗੇ, ਜਿਹੜੀ ਕਿ ਲਾਹੌਰ ਤੋਂ ਤੇ ਅੰਮ੍ਰਿਤਸਰ ਤੋਂ ਸਿੱਧੀ ਦਿਖੇ। ਐਡੀ ਉੱਚੀ ਸਮਾਰਕ ਅਸੀਂ ਬਣਾਵਾਂਗੇ ਤਾਂ ਕਿ ਜੋ ਉਹਨਾਂ ਨੇ ਕੀਤਾ ਅਸੀਂ ਦੱਸਾਂਗੇ ਕਿ ਤੁਸੀਂ ਸਾਡੀ ਹਸਰਤ ਨੂੰ ਇੰਜ ਮਿੱਟੀ ਦੇ ਵਿੱਚ ਨਹੀਂ ਮਿਲਾ ਸਕਦੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰਿਆਂ ਨੇ ਦੱਸਿਆ ਕਿ ਵੀ ਉਸ ਜਿਹੜਾ ਆਪਣਾ ਸਮਾਰਕ ਸੀ ਉਹ ਤੋੜਿਆ ਗਿਆ ਹੈ, ਤੇ ਮੈਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਡਾ 2 ਚੀਜ਼ਾਂ ਵੱਲ ਆਪਣਾ ਧਿਆਨ ਲਿਜਾਣ ਦੀ ਕੋਸ਼ਿਸ਼ ਕਰੂੰਗਾ। ਕਿ ਪਹਿਲੀ ਗੱਲ ਤਾਂ ਸਾਨੂੰ ਇਹ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਕਿ ਉਹ ਸਮਾਰਕ ਸੀ ਕਿਸ ਚੀਜ਼ ਨੂੰ ਸਿੰਬਲਾਈਜ਼ ਕਰਦਾ ਸੀ। ਉਹ ਸਮਾਰਕ ਪੰਜਾਬ ਦੇ 2 ਹਿੱਸਿਆਂ ਦੀ ਸਾਂਝ ਨੂੰ, ਪੰਜਾਬ ਦੇ 2 ਹਿੱਸਿਆਂ ਦੇ ਇੱਕ ਪਿਆਰ ਨੂੰ, ਲੋਕਾਂ ਦੇ ਨੂੰ ਸਿੰਬਲਾਈਜ਼ ਕਰਦਾ ਸੀ। ਹੁਣ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਕਿਸ ਵਾਸਤੇ ਪ੍ਰੋਬਲਮ ਸੀ, ਕਿਉਂ ਤੋੜਿਆ ਗਿਆ। ਹੁਣ ਇਹ ਸਵਾਲ ਉੱਠਿਆ ਸੀਗਾ ਕਿ ਕਿਉਂ, ਕਿਹਦਾ ਆਬਜੈਕਟਿਵ ਹੋ ਸਕਦਾ ਉਹਨੂੰ ਤੋੜਨ 'ਚ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜੋ ਮੌਜੂਦਾ ਹਿੰਦੂਤਵ ਰਾਸ਼ਟਰਵਾਦ ਜੋ ਪੈਰ ਲਾ ਰਿਹਾ ਹੈ, ਜੋ ਇੱਕ ਆਰਟੀਫਿਸ਼ੀਅਲ ਨੈਸ਼ਨਲਿਜ਼ਮ ਕ੍ਰੀਏਟ ਕੀਤੇ ਜਾਣ ਦੀ ਕੋਸ਼ਿਸ਼ ਆ, ਉਹਦੇ ਵਾਸਤੇ ਇਸ ਤਰੀਕੇ ਦੀ ਸਾਂਝ ਬਹੁਤ ਵੱਡੀ ਪ੍ਰੋਬਲਮ ਆ। ਉਹ ਇੱਕ ਜਿਹੜਾ ਬਿਗ ਅਦਰ ਕ੍ਰੀਏਟ ਕਰਦੀ ਆ ਸਰਕਾਰ, ਜਿਹਦੇ ਕਰਕੇ ਉਹਨੂੰ ਵੋਟਾਂ ਮਿਲਦੀਆਂ, ਜਿਹਦੇ ਕਰਕੇ ਇਸ ਨੈਸ਼ਨਲਿਜ਼ਮ ਨੂੰ ਆਪਣਾ ਹਾਈਪਰ ਨੈਸ਼ਨਲਿਜ਼ਮ ਨੂੰ ਬੜਾਵਾ ਮਿਲਦਾ ਹੈ, ਉਹਦੇ ਵਾਸਤੇ ਉਹ ਥ੍ਰੈਟ ਹੈਗਾ। ਜੇ ਪੰਜਾਬ ਦੋਵਾਂ ਦੇ ਵਿੱਚ ਸਾਂਝ ਆਊ, ਆਪਾਂ ਪਿਛਲੇ ਸਮੇਂ 'ਚ ਵੀ ਵੇਖਿਆ ਕਿ ਕਿਸੇ ਤਰੀਕੇ ਦਾ ਵੀ ਜੇ ਏਕਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੀਪਲ ਟੂ ਪੀਪਲ ਕੋਈ ਡਿਵੈਲਪਮੈਂਟ ਹੁੰਦੀ ਆ, ਤਾਂ ਉਹਦੇ ਵਿੱਚ ਕਿਵੇਂ ਨਾ ਕਿਵੇਂ ਰੁਕਾਵਟਾਂ ਬਣਾਈਆਂ ਜਾਂਦੀਆਂ। ਤਾਂ ਇਹ ਕੋਈ ਇਸ ਕਰਕੇ ਨਹੀਂ ਤੋੜਿਆ ਗਿਆ ਕਿ ਅਚਾਨਕ ਟੁੱਟ ਗਿਆ। ਕੋਈ ਐਡਾ ਵੱਡਾ ਸਮਾਰਕ ਕਿਵੇਂ ਅਚਾਨਕ ਟੁੱਟ ਸਕਦਾ ਹੈ? ਤਾਂ ਇਹ ਨੈਸ਼ਨਲ ਹਾਈਵੇ ਅਥਾਰਟੀ ਦਾ ਸੋਚ ਸਮਝ ਕੇ ਤੋੜਿਆ ਗਿਆ, ਇਸ ਤਰੀਕੇ ਦੀ ਸਾਂਝ ਨੂੰ ਖਤਮ ਕਰਨ ਕਿ ਉਹਦੀ ਕੋਈ ਸਾਂਝ ਦੀ ਤੁਹਾਡੇ ਯਾਦਾਸ਼ਤ ਹੀ ਖਤਮ ਹੋ ਜਾਣ। ਉਹ ਪਾਰਟੀਸ਼ਨ ਦਾ ਜਿਹੜਾ ਦੁੱਖ ਦਰਦ ਆ ਜਾਂ ਲੋਕੀ ਜਿਹੜਾ ਵੰਡਾਉਂਦੇ ਆ ਉਹ ਖਤਮ ਹੋ ਜੇ। ਇਹ ਉਸ ਹਾਈਪਰ ਨੈਸ਼ਨਲਿਜ਼ਮ ਜਾਂ ਉਹ ਹਿੰਦੂ ਰਾਸ਼ਟਰਵਾਦ ਦੀ ਇੱਕ ਗਾਂ ਵਾਲੀ ਸਟੈਪ ਹੈਗਾ ਕਿ ਵੀ ਕਿਸੇ ਤਰੀਕੇ ਨਾਲ ਇਹ ਲੋਕਾਂ ਦੀ ਸਾਂਝ ਡਿਵੈਲਪ ਨਾ ਹੋ ਸਕੇ। ਇੱਕੋ ਬਿਗ ਅਦਰ ਜਿਹੜਾ ਪਾਕਿਸਤਾਨ ਕ੍ਰੀਏਟ ਕਰਕੇ ਜਿਹਦੇ ਚੋਣਾਂ 'ਚ ਵੀ ਮਦਦ ਕਰਦੀ ਆ, ਹਾਈਪਰ ਨੈਸ਼ਨਲਿਜ਼ਮ 'ਚ ਵੀ ਮਦਦ ਹੁੰਦੀ ਹੈ, ਇਹ ਉਸ ਕਰਕੇ ਤੋੜਿਆ ਗਿਆ। ਤੇ ਸਾਨੂੰ ਪੰਜਾਬੀਆਂ ਨੂੰ ਰਲ ਕੇ ਇਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਇਹ ਆਪਾਂ ਨੂੰ ਸਮਾਰਕ ਉਦੋਂ ਵੱਡਾ, ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਉਦੋਂ ਵੀ ਵੱਡਾ ਇੱਕ ਸਮਾਰਕ ਬਣਾਉਣਾ ਚਾਹੀਦਾ ਜਿਹੜਾ ਸਾਨੂੰ ਯਾਦ ਰੱਖਾਵੇ ਸਾਡੀ ਸਾਂਝ ਨੂੰ, ਤੇ ਫਿਰ ਸਾਡੀ ਗਲਤੀ ਨੂੰ ਵੀ ਯਾਦ ਆਉਂਦੀ ਰਹੇ ਕਿ ਅਸੀਂ ਕਿਵੇਂ ਇੱਕ ਦੂਜੇ ਨੂੰ ਮਾਰਨ ਪੈ ਗਏ ਸੀ, ਤਾਂ ਕਿ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਇਹ ਜੀ ਗਲਤੀ ਨਾ ਕਰਨ। ਕਿਉਂਕਿ ਇਹੀ ਹੁਣ ਅਗਾਂਹ ਧਰਮ ਦੇ ਬਟਵਾਰੇ ਨੀਚੇ ਹੁੰਦੇ ਜਾ ਰਹੇ ਆ, ਇਹ ਆਪਾਂ ਕਿੱਥੋਂ ਤੱਕ ਕਰਾਂਗੇ, ਕਿੱਥੋਂ ਤੱਕ ਇਹ ਵੰਡਾਂ ਪਾਉਂਦੇ ਰਵਾਂਗੇ। ਤਾਂ ਇਹ ਸਾਨੂੰ ਕੌਸ਼ਨ ਵੀ ਕਰਦਾ ਸੀ, ਸਾਨੂੰ ਅਗਾਂਹ ਵਾਸਤੇ ਸਾਂਝ ਵੀ ਬਣਦੀ ਸੀ, ਪਰ ਮੌਜੂਦਾ ਪੰਜਾਬ ਵਾਸਤੇ ਵੀ ਇਹਦੀ ਜ਼ਰੂਰਤ ਆ, ਤੇ ਪੁਰਾਣੀ ਹਿਸਟਰੀ 'ਚ ਵੀ ਸਾਨੂੰ ਸਿੱਖਣ ਦੀ ਜ਼ਰੂਰਤ ਵਾਸਤੇ ਇੰਪੋਰਟੈਂਟ ਹੈਗਾ। ਤੇ ਸਾਨੂੰ ਇਹ ਦੁਬਾਰਾ ਬਣਾਉਣਾ ਚਾਹੀਦਾ, ਇਹਦੇ ਵਾਸਤੇ ਉਪਰਾਲਾ ਵੀ ਕਰਨਾ ਚਾਹੀਦਾ। ਤੇ ਇਹੀ ਮੈਂ ਕਹਿਣਾ ਚਾਹੂੰਗਾ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you.